ਹੈਲੋ ਸਟੂਡੈਂਟਸ, ਅੱਜ ਦਾ ਟੌਪਿਕ ਹੈ ਕਲਾਸੀਫਿਕੇਸ਼ਨ ਆਫ ਇਕੋਨਮੀਜ਼। ਵਰਲਡ ਬੈਂਕ ਨੇ ਪਰ ਕੈਪੀਟਾ ਇਨਕਮ ਦੇ ਆਧਾਰ 'ਤੇ ਵਰਲਡ ਦੀਆਂ ਇਕੋਨਮੀਜ਼ ਨੂੰ 3 ਹਿੱਸਿਆਂ ਦੇ ਵਿੱਚ ਡਿਵਾਈਡ ਕੀਤਾ ਹੈ। ਪਹਿਲੀਆਂ ਹਾਈ ਇਨਕਮ ਇਕੋਨਮੀਜ਼। ਹਾਈ ਇਨਕਮ ਇਕੋਨਮੀਜ਼ ਉਹ ਇਕੋਨਮੀਜ਼ ਹੁੰਦੀਆਂ ਜਿਨ੍ਹਾਂ ਦੀ ਪਰ ਕੈਪੀਟਾ ਐਨੂਅਲ ਇਨਕਮ $12,476 ਤੋਂ ਜ਼ਿਆਦਾ ਹੁੰਦੀ ਹੈ। ਦੂਜੀਆਂ ਮਿਡਲ ਇਨਕਮ ਇਕੋਨਮੀਜ਼। ਮਿਡਲ ਇਨਕਮ ਇਕੋਨਮੀਜ਼ ਉਹ ਹੁੰਦੀਆਂ ਜਿਨ੍ਹਾਂ ਦੀ ਇਨਕਮ $12,476 ਤੋਂ ਘੱਟ ਅਤੇ $1,025 ਤੋਂ ਜ਼ਿਆਦਾ ਹੁੰਦੀ ਹੈ। ਲੋ ਇਨਕਮ ਇਕੋਨਮੀਜ਼। ਲੋ ਇਨਕਮ ਇਕੋਨਮੀਜ਼ ਉਹ ਇਕੋਨਮੀਜ਼ ਹੁੰਦੀਆਂ ਜਿਨ੍ਹਾਂ ਦੀ ਪਰ ਕੈਪੀਟਾ ਐਨੂਅਲ ਇਨਕਮ $1,025 ਤੋਂ ਘੱਟ ਹੁੰਦੀ ਹੈ। $1,025 ਤੋਂ ਘੱਟ ਹੁੰਦੀ ਹੈ। ਹਾਈ ਇਨਕਮ ਇਕੋਨਮੀਜ਼ ਨੂੰ ਡਿਵੈਲਪਡ ਇਕੋਨਮੀਜ਼ ਕਿਹਾ ਜਾਂਦਾ ਹੈ। ਵਰਲਡ ਦੀ 25% ਜਾਂ 1/4 ਪਾਪੂਲੇਸ਼ਨ ਡਿਵੈਲਪਡ ਇਕੋਨਮੀਜ਼ ਦੇ ਵਿੱਚ ਰਹਿੰਦੀ ਹੈ। ਡਿਵੈਲਪਡ ਇਕੋਨਮੀਜ਼ ਦੇ ਸਿਟੀਜ਼ਨਸ ਦਾ ਲਿਵਿੰਗ ਸਟੈਂਡਰਡ ਹਾਈ ਹੁੰਦਾ ਹੈ। ਟੋਟਲ ਪਾਪੂਲੇਸ਼ਨ ਐਜੂਕੇਟਡ ਹੁੰਦੀ ਹੈ। ਐਕਸਪੈਕਟੈਂਸੀ ਆਫ ਲਾਈਫ ਵੱਧ ਹੁੰਦੀ ਹੈ। ਡਿਵੈਲਪਡ ਇਕੋਨਮੀਜ਼ ਨੂੰ ਐਡਵਾਂਸਡ ਅਤੇ ਮਾਡਰਨ ਇਕੋਨਮੀ ਵੀ ਕਿਹਾ ਜਾਂਦਾ ਹੈ। ਲੋ ਇਨਕਮ ਇਕੋਨਮੀਜ਼ ਨੂੰ ਅੰਡਰ ਡਿਵੈਲਪਡ ਇਕੋਨਮੀਜ਼ ਕਿਹਾ ਜਾਂਦਾ ਹੈ। ਡਿਵੈਲਪਿੰਗ ਅਤੇ ਅੰਡਰ ਡਿਵੈਲਪਡ ਇਕੋਨਮੀਜ਼ ਦੇ ਵਿੱਚ ਵਰਲਡ ਦੀ 75% ਜਾਂ 3/4 ਪਾਪੂਲੇਸ਼ਨ ਰਹਿੰਦੀ ਹੈ। ਇੱਥੇ ਗਰੀਬੀ, ਬਿਮਾਰੀ, ਅਨਪੜ੍ਹਤਾ ਪਾਈ ਜਾਂਦੀ ਹੈ। ਲਾਈਫ ਐਕਸਪੈਕਟੈਂਸੀ ਲੋ ਹੁੰਦੀ ਹੈ। ਅੰਡਰ ਡਿਵੈਲਪਡ ਇਕੋਨਮੀਜ਼ ਨੂੰ ਬੈਕਵਰਡ ਐਂਡ ਟ੍ਰੈਡੀਸ਼ਨਲ ਇਕੋਨਮੀਜ਼ ਵੀ ਕਿਹਾ ਜਾਂਦਾ ਹੈ। ਬੈਕਵਰਡ ਸ਼ਬਦ ਅਪਮਾਨਜਨਕ ਸ਼ਬਦ ਹੈ, ਇਸ ਕਰਕੇ ਬੈਕਵਰਡ ਸ਼ਬਦ ਸੰਸਕ੍ਰਿਤਿਕ ਪਿਛੜੇਪਣ ਬਾਰੇ ਦੱਸਦਾ ਹੈ। ਇਸ ਕਰਕੇ ਮਾਇਰ ਅਤੇ ਬਾਲਡਵਿਨ ਨੇ ਅੰਡਰ ਡਿਵੈਲਪਡ ਵਾਸਤੇ ਗਰੀਬ ਅਤੇ ਡਿਵੈਲਪਡ ਵਾਸਤੇ ਅਮੀਰ ਸ਼ਬਦ ਦਾ ਪ੍ਰਯੋਗ ਕੀਤਾ। ਪਰ ਗਰੀਬ ਸ਼ਬਦ ਸਿਰਫ ਇੱਕ ਵਿਸ਼ੇਸ਼ਤਾ ਪਰ ਕੈਪੀਟਾ ਇਨਕਮ ਬਾਰੇ ਦੱਸਦਾ ਹੈ। ਅੱਜ ਕੱਲ੍ਹ ਇਕਨੋਮਿਕ ਡਿਵੈਲਪਮੈਂਟ ਵਾਸਤੇ ਪਰ ਕੈਪੀਟਾ ਇਨਕਮ ਤੋਂ ਇਲਾਵਾ ਹੋਰ ਵੀ ਕਈ ਤੱਤ ਸ਼ਾਮਲ ਕੀਤੇ ਜਾਂਦੇ ਆ ਜਿਨ੍ਹਾਂ ਨੂੰ ਗਰੀਬ ਸ਼ਬਦ ਬਿਆਨ ਨਹੀਂ ਕਰ ਸਕਦਾ। ਇਕੋਨਮੀਜ਼ ਦਾ ਦੂਜਾ ਵਰਗੀਕਰਨ ਜਾਂ ਕਲਾਸੀਫਿਕੇਸ਼ਨ ਡਿਵੈਲਪਮੈਂਟ ਲੈਵਲ ਦੇ ਆਧਾਰ 'ਤੇ ਕੀਤਾ ਜਾਂਦਾ ਹੈ। ਹਾਈ ਇਨਕਮ ਇਕੋਨਮੀਜ਼, ਇਹਨਾਂ ਨੂੰ ਡਿਵੈਲਪਡ ਇਕੋਨਮੀਜ਼ ਕਿਹਾ ਜਾਂਦਾ ਹੈ। ਮਿਡਲ ਇਨਕਮ ਇਕੋਨਮੀਜ਼ ਨੂੰ ਡਿਵੈਲਪਿੰਗ ਅਤੇ ਲੋ ਇਨਕਮ ਇਕੋਨਮੀਜ਼ ਨੂੰ ਅੰਡਰ ਡਿਵੈਲਪਡ ਇਕੋਨਮੀਜ਼ ਕਿਹਾ ਜਾਂਦਾ ਹੈ। ਅੱਜ ਕੱਲ੍ਹ ਸਾਊਥ ਅਤੇ ਨਾਰਥ ਸ਼ਬਦ ਦਾ ਵੀ ਪ੍ਰਯੋਗ ਕੀਤਾ ਜਾਂਦਾ ਹੈ। ਡਿਵੈਲਪਡ ਇਕੋਨਮੀਜ਼ ਵਾਸਤੇ ਨਾਰਥ ਅਤੇ ਅੰਡਰ ਡਿਵੈਲਪਡ ਵਾਸਤੇ ਸਾਊਥ ਸ਼ਬਦ ਦਾ ਪ੍ਰਯੋਗ ਕੀਤਾ ਜਾਂਦਾ ਹੈ ਕਿਉਂਕਿ ਬਹੁਤ ਸਾਰੇ ਜ਼ਿਆਦਾਤਰ ਡਿਵੈਲਪਡ ਕੰਟਰੀਜ਼ ਆ ਜਿਹੜੇ ਉਹ ਨਾਰਥ ਹੈਮਿਸਫੇਅਰ ਵਿੱਚ ਰਹਿੰਦੇ ਆ, ਇਸ ਕਰਕੇ ਇਹਨਾਂ ਨੂੰ ਨਾਰਥ ਕਿਹਾ ਜਾਂਦਾ ਹੈ। ਅਤੇ ਅੰਡਰ ਡਿਵੈਲਪਡ ਇਕੋਨਮੀਜ਼ ਜ਼ਿਆਦਾਤਰ ਸਾਊਥ ਹੈਮਿਸਫੇਅਰ 'ਚ ਰਹਿੰਦੇ ਆ, ਇਸ ਕਰਕੇ ਇਹਨਾਂ ਵਾਸਤੇ ਸਾਊਥ ਸ਼ਬਦ ਪ੍ਰਯੋਗ ਕੀਤਾ ਜਾਂਦਾ ਹੈ। ਵਰਲਡ ਦੀਆਂ ਇਕੋਨਮੀਜ਼ ਨੂੰ ਡਿਵੈਲਪਡ ਅਤੇ ਅੰਡਰ ਡਿਵੈਲਪਡ ਦੇ ਵਿੱਚ ਕਲਾਸੀਫਾਈ ਕਰਨਾ ਔਖਾ ਕੰਮ ਹੈ। ਸੈਮੁਲਸਨ ਦੇ ਅਕੋਰਡਿੰਗ ਹਰੇਕ ਦੇਸ਼ ਅੰਡਰ ਡਿਵੈਲਪਡ ਹੈ। ਕਿਸੇ ਵੀ ਦੇਸ਼ ਨੇ ਪਰਫੈਕਸ਼ਨ ਨਹੀਂ ਪ੍ਰਾਪਤ ਕੀਤੀ, ਉਹ ਹੋਰ ਵੀ ਡਿਵੈਲਪ ਹੋ ਸਕਦਾ ਹੈ। USA, ਰਸ਼ੀਆ, ਜਰਮਨੀ ਨੈਚੁਰਲ ਰਿਸੋਰਸਿਸ ਇੱਥੇ ਬਹੁਤ ਜ਼ਿਆਦਾ ਪਾਏ ਜਾਂਦੇ ਆ, ਇਸ ਕਰਕੇ ਇਹਨਾਂ ਨੂੰ ਡਿਵੈਲਪਡ ਕਿਹਾ ਜਾਂਦਾ ਹੈ। ਪਰ ਲੈਟਿਨ ਅਮਰੀਕਾ, ਅਫਰੀਕਾ ਇਹਨਾਂ ਦੇ ਵਿੱਚ ਵੀ ਨੈਚੁਰਲ ਰਿਸੋਰਸਿਸ ਬਹੁਤ ਪਾਏ ਜਾਂਦੇ ਆ, ਫਿਰ ਵੀ ਇਹਨਾਂ ਨੂੰ ਅੰਡਰ ਡਿਵੈਲਪਡ ਕਿਹਾ ਜਾਂਦਾ ਹੈ। ਆਸਟ੍ਰੇਲੀਆ, ਫਰਾਂਸ, ਸਵਿਟਜ਼ਰਲੈਂਡ, ਬ੍ਰਿਟੇਨ ਲੈਸ ਪਾਪੂਲੇਸ਼ਨ ਵਾਲੇ ਦੇਸ਼ ਹੈ, ਇਹਨਾਂ ਨੂੰ ਡਿਵੈਲਪਡ ਕਿਹਾ ਜਾਂਦਾ ਹੈ। ਕਾਂਗੋ, ਸੁਡਾਨ, ਨੇਪਾਲ ਇਹਨਾਂ ਦੇ ਵਿੱਚ ਵੀ ਲੈਸ ਪਾਪੂਲੇਸ਼ਨ ਹੈ, ਪਰ ਫਿਰ ਵੀ ਇਹਨਾਂ ਨੂੰ ਅੰਡਰ ਡਿਵੈਲਪਡ ਕਿਹਾ ਜਾਂਦਾ ਹੈ। ਸੈਕੰਡਰੀ ਅਤੇ ਟਰਸ਼ਰੀ ਐਕਟੀਵਿਟੀਜ਼ ਵੱਧ ਵਾਲੇ ਦੇਸ਼ਾਂ ਨੂੰ ਡਿਵੈਲਪਡ ਕੰਟਰੀਜ਼ ਕਿਹਾ ਜਾਂਦਾ ਹੈ। ਪ੍ਰਾਇਮਰੀ ਐਕਟੀਵਿਟੀਜ਼ ਵਾਲੇ ਦੇਸ਼ਾਂ ਨੂੰ ਅੰਡਰ ਡਿਵੈਲਪਡ ਕਿਹਾ ਜਾਂਦਾ ਹੈ। ਪਰ ਭਾਰਤ ਅਤੇ ਪਾਕਿਸਤਾਨ ਨੂੰ ਛੱਡ ਕੇ ਨਿਊਜ਼ੀਲੈਂਡ, ਡੈਨਮਾਰਕ, ਆਸਟ੍ਰੇਲੀਆ ਇਹ ਖੇਤੀ ਪ੍ਰਧਾਨ ਦੇਸ਼ ਹੁੰਦੇ ਹੋਏ ਵੀ ਜਾਂ ਪ੍ਰਾਇਮਰੀ ਐਕਟੀਵਿਟੀਜ਼ ਕਰਦੇ ਆ, ਫਿਰ ਵੀ ਇਹਨਾਂ ਨੂੰ ਡਿਵੈਲਪਡ ਇਕੋਨਮੀਜ਼ ਕਿਹਾ ਜਾਂਦਾ ਹੈ। ਡਿਵੈਲਪਡ ਅਤੇ ਅੰਡਰ ਡਿਵੈਲਪਡ 'ਚ ਕਲਾਸੀਫਾਈ ਕਰਨਾ ਔਖਾ ਹੁੰਦਾ ਹੈ। ਅੰਡਰ ਡਿਵੈਲਪਡ ਦੀਆਂ ਕੁਝ ਵਿਸ਼ੇਸ਼ਤਾਵਾਂ ਹੁੰਦੀਆਂ ਜਿਵੇਂ ਲੋ ਪਰ ਕੈਪੀਟਾ ਇਨਕਮ, ਲੋ ਲਿਵਿੰਗ ਸਟੈਂਡਰਡ, ਟੈਕਨੀਕਲ ਬੈਕਵਰਡਨੈਸ, ਲੈਕ ਆਫ ਕੈਪੀਟਲ, ਇਲਟਰੇਸੀ, ਬੈਕਵਰਡ ਐਗਰੀਕਲਚਰ। ਇਹਨਾਂ ਫੀਚਰਸ ਦੇ ਆਧਾਰ 'ਤੇ ਡਿਵੈਲਪਡ ਅਤੇ ਅੰਡਰ ਡਿਵੈਲਪਡ 'ਚ ਇਹਨਾਂ ਫੀਚਰਸ ਦੇ ਆਧਾਰ 'ਤੇ ਕੁਛ ਦੇਸ਼ਾਂ ਨੂੰ ਅੰਡਰ ਡਿਵੈਲਪਡ ਕਿਹਾ ਜਾਂਦਾ ਹੈ।